ਜੁਆਇਨ ਤਾਂ ਮੈਂ ਇੱਕਦਮ ਕੀਤੀ ਆ, ਪਰ ਇਹਦੇ ਕਾਰਨ ਕਈ ਨੇ। ਇਹ ਬਹੁਤ ਹੀ 3 ਸਾਲਾਂ ਤੋਂ ਮੈਨੂੰ ਇਗਨੋਰ ਕਰ ਰਹੀ ਸੀਗੀ। ਜਿੱਦਾਂ ਕਿ ਡੈਥ ਉਹਨਾਂ ਦੀ ਵੀ ਨਾਲ ਹੀ, ਯਾਨੀ ਕਿ ਕਾਉਂਸਲਰ ਦੀ ਵੀ ਨਾਲ ਹੀ ਡੈਥ ਹੋ ਗਈ। ਸਾਡੀ ਕੁੜੀ ਹੈ ਤੇ ਬਸ ਕਹਿਣ ਤੇ ਕਰਨ ਦੇ ਵਿੱਚ ਬਹੁਤ ਫਰਕ ਹੈ ਜੀ। ਇਹ ਜੀ ਮੈਡਮ ਅਨੀਤਾ ਸੋਮ ਪ੍ਰਕਾਸ਼ ਵੱਲੋਂ ਕਹੇ ਗਏ ਸੀਗੇ, ਸੋਮ ਪ੍ਰਕਾਸ਼ ਜੀ ਵੱਲੋਂ ਕਹੇ, ਪੂਰੀ ਪਾਰਟੀ ਵੱਲੋਂ ਜਿੰਨੇ ਵੀ ਮੇਰੇ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਇੱਕ ਬੰਦੇ ਤੇ ਨਹੀਂ ਠਹਿਰਦੇ। ਕਾਉਂਸਲਰ ਆ ਨਾ ਵਾਰਡ ਦਾ, ਉਹ ਕਾਉਂਸਲਰ ਤੇ ਨਹੀਂ ਠਹਿਰਦੇ, ਜਗ੍ਹਾ ਜਗ੍ਹਾ ਤੇ ਮਤਲਬ ਜਿਹੜੇ ਹੋ ਰਿਹਾ ਕਈ ਵੀ ਹਾਂ ਵੀ ਜਿੱਥੇ ਤੈਨੂੰ ਪ੍ਰੋਬਲਮ ਆ ਅਸੀਂ 1 ਮਿੰਟ ਤੋਂ ਪਹਿਲਾਂ ਪਹੁੰਚਾਂਗੇ। ਹੁਣ ਫਿਰ ਤੁਹਾਡਾ 1 ਮਿੰਟ ਕਿੱਥੇ ਗਿਆ? ਹੁਣ ਮੈਂ ਤਾਂ ਇਹੀ ਕਹੂੰਗੀ, ਅਗਰ ਜੇ ਕੋਈ ਹੁਣ ਬੀਜੇਪੀ 'ਚ ਜਾਂਦਾ ਪਿਆ ਨਾ, ਸਭ ਤੋਂ ਵੱਡੀ ਗਲਤੀ ਆ ਉਹਦੀ। ਹਲਚਲ ਟੂਡੇ ਦੇਖ ਰਹੇ ਤਮਾਮ ਦਰਸ਼ਕਾਂ ਦਾ ਗਗਨ ਭੱਟੀ ਵੱਲੋਂ ਸਵਾਗਤ ਹੈ। ਅੱਜ ਅਸੀਂ ਫਗਵਾੜਾ ਦੇ ਵਾਰਡ ਨੰਬਰ 25 ਵਿਖੇ ਪਹੁੰਚੇ ਹਾਂ, ਜਿੱਥੇ ਦੇ ਸਾਬਕਾ ਕੌਂਸਲਰ ਰੀਟਾ ਰਾਣੀ ਜੀ ਨੇ ਕੁਝ ਹੀ ਦਿਨ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਦਿੰਦੇ ਹੋਏ BSP ਵਿੱਚ ਜੁਆਇਨਿੰਗ ਕੀਤੀ ਸੀ। ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਇਹਨਾਂ ਦੇ ਭਾਜਪਾ ਛੱਡਣ ਪਿੱਛੇ ਕੀ ਕਾਰਨ ਸੀ ਤੇ BSP ਜੁਆਇਨ ਕਰਨ ਪਿੱਛੇ ਇਹਨਾਂ ਦੇ ਕੀ ਮਕਸਦ ਆ। ਮੈਡਮ ਜੀ ਸਵਾਗਤ ਹੈ ਤੁਹਾਡਾ। ਹਾਂਜੀ, ਥੈਂਕ ਯੂ ਜੀ। ਪਹਿਲਾਂ ਤਾਂ ਹਲਚਲ ਟੂਡੇ ਨੂੰ ਮੇਰਾ ਵੈਲਕਮ ਹੈ ਮੇਰੇ ਸਲੂਨ ਦੇ ਵਿੱਚ। ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਪਹੁੰਚੇ ਆ। ਮੈਡਮ ਤੁਸੀਂ ਪਹਿਲਾਂ ਭਾਜਪਾ ਦੇ ਇੱਥੋਂ ਦੇ ਸਾਬਕਾ ਕੌਂਸਲਰ ਰਹੇ ਹੋ। ਤੁਸੀਂ ਕੁਝ ਦਿਨ ਪਹਿਲਾਂ ਹੀ ਬਿਨਾਂ ਦੱਸੇ ਕਿਸੇ ਨੂੰ ਵੀ ਖਬਰ ਵੀ ਨਹੀਂ ਹੋਈ, ਤੁਸੀਂ ਇੱਕਦਮ ਭਾਜਪਾ ਜੁਆਇਨ ਕਰ ਲਈ। ਇਹਦੇ ਵਿੱਚ ਕੀ ਆ ਤੁਹਾਡਾ ਕਾਰਨ? ਜੀ ਇੱਕਦਮ ਤਾਂ ਜੁਆਇਨ ਤਾਂ ਮੈਂ ਇੱਕਦਮ ਕੀਤੀ ਆ, ਪਰ ਇਹਦੇ ਕਾਰਨ ਕਈ ਨੇ। ਤਕਰੀਬਨ ਪਿਛਲੇ 3 ਸਾਲਾਂ ਤੋਂ ਮੈਂ ਦੇਖ ਰਹੀ ਹਾਂ ਕਿ ਜਿਹੜੀ ਪਾਰਟੀ ਮੈਂ ਛੱਡ ਕੇ ਆਈ ਹਾਂ, BJP ਜਿਹੜੀ ਪਾਰਟੀ ਆ, ਇਹ ਬਹੁਤ ਹੀ 3 ਸਾਲਾਂ ਤੋਂ ਮੈਨੂੰ ਇਗਨੋਰ ਕਰ ਰਹੀ ਸੀਗੀ। ਕੀ ਕਾਰਨ ਸੀ ਇਗਨੋਰ ਕਰਨ ਦੇ ਮੈਡਮ? ਕਾਰਨ ਜਦੋਂ ਤੱਕ ਤਾਂ ਮੇਰੇ ਹਸਬੈਂਡ ਸੀਗੇ ਉਦੋਂ ਤੱਕ ਤਾਂ ਉਹਨਾਂ ਦੇ ਨਾਲ ਹਰ ਤਰ੍ਹਾਂ ਜਿੱਥੇ ਵੀ ਦੇਖੋ ਉਹਨਾਂ ਦੇ ਨਾਲ ਬਹੁਤ ਗੱਲਬਾਤ ਸੀਗੀ। ਉਹਨਾਂ ਨੂੰ ਹਰੇਕ ਜਗ੍ਹਾ 'ਤੇ ਮੂਹਰੇ ਰੱਖਿਆ ਜਾਂਦਾ ਸੀ, ਮੈਨੂੰ ਵੀ ਨਾਲ ਹੀ ਰੱਖਿਆ ਜਾਂਦਾ ਸੀ। ਪਰ ਉਹ ਸਡਨਲੀ ਜਦੋਂ ਉਹਨਾਂ ਦੀ ਡੈਥ ਹੋਈ ਆ, ਇੱਕਦਮ ਇਗਨੋਰ ਕਰ ਦਿੱਤਾ ਗਿਆ। ਜਿੱਦਾਂ ਕਿ ਡੈਥ ਉਹਨਾਂ ਦੀ ਵੀ ਨਾਲ ਹੀ, ਯਾਨੀ ਕਿ ਕਾਉਂਸਲਰ ਦੀ ਵੀ ਨਾਲ ਹੀ ਡੈਥ ਹੋ ਗਈ। ਅਤੇ ਜਿੱਥੇ ਕਹਿੰਦੇ ਸੀਗੇ ਵੀ ਪਰਿਵਾਰ ਇਹ ਸਾਡਾ, ਇਹ ਸਾਡੀ ਕੁੜੀ ਹੈ, ਅਤੇ ਬਸ ਕਹਿਣ ਤੇ ਕਰਨ ਦੇ ਵਿੱਚ ਬਹੁਤ ਫਰਕ ਹੈ ਜੀ। ਨਹੀਂ, ਕੀ ਉਹਨਾਂ ਨੇ ਮਹੱਲੇ ਦਾ ਵਿਕਾਸ ਨਹੀਂ ਕਰਾਇਆ ਸੀਗਾ ਜਾਂ ਕੁਛ ਸਿਰਫ ਇਹੀ ਕਾਰਨ ਹੋਇਆ ਹੈ? ਮਹੱਲੇ ਦਾ ਵਿਕਾਸ ਜਿਹੜਾ ਮੇਰੇ ਹਸਬੈਂਡ ਦੇ ਹੁੰਦੇ ਤੇ ਜਿਹੜਾ ਵਿਕਾਸ ਹੋ ਗਿਆ, ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਹੋਇਆ ਹੈਗਾ। ਇੱਥੇ ਦੇ ਸਾਬਕਾ ਮੇਅਰ ਆ ਜਿਹੜੇ ਕਿ ਅਰੁਣ ਖੋਸਲਾ ਜੀ, ਉਹ ਤਾਂ ਕਹਿ ਰਹੇ ਸੀ ਪੂਰੇ ਸ਼ਹਿਰ ਦਾ ਵਿਕਾਸ ਕਰਾਇਆ ਆ, ਪੂਰੇ ਸ਼ਹਿਰ 'ਚ ਗਲੀਆਂ ਪੱਕੀਆਂ ਕਰਤੀਆਂ, ਲਾਈਟਾਂ ਲਵਾਤੀਆਂ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਇਸ ਬਾਰੇ ਜਿਹੜਾ ਪਹਿਲਾਂ ਤੁਹਾਨੂੰ ਦੱਸਿਆ ਨਾ, ਮੇਰੇ ਹਸਬੈਂਡ ਦੇ ਹੁੰਦੇ ਜਿਹੜੇ ਟੈਂਡਰ ਲੱਗ ਗਏ, ਜਿਹੜੇ ਕਿ ਮੈਂ ਟੈਂਡਰ ਲਵਾ ਲਏ ਆ, ਉਹ ਟੈਂਡਰ ਲੱਗੇ ਆ, ਉਹਨਾਂ ਦਾ ਕੰਮ ਹੋਇਆ ਆ। ਜਿੱਦਾਂ ਕੌਲਸਰ ਮਹੱਲਾ ਹੋ ਗਿਆ, ਤਾਰੂਕਾ ਬਾੜਾ ਹੋ ਗਿਆ, ਇਹਨਾਂ ਦੇ ਟੈਂਡਰ ਪਹਿਲਾਂ ਹੀ ਲੱਗੇ ਹੋਏ ਸੀ, ਮੈਂ ਪਹਿਲਾਂ ਹੀ ਲਗਵਾਏ ਹੋਏ ਸੀਗੇ। ਅਤੇ ਜਿਹੜਾ ਇੱਧਰ ਵੀ ਹੈਗਾ, ਇੱਧਰ ਲਾਈਟਾਂ ਦਾ ਕੰਮ, ਜਿਹੜਾ ਸ਼ਾਮ ਨਗਰ ਦੇ ਵਿੱਚ ਲਾਈਟਾਂ ਦਾ ਕੰਮ ਜਿਹੜਾ ਆ, ਇਹ ਹਜੇ ਰਹਿੰਦਾ, ਇਹ ਨਹੀਂ ਲੱਗਾ ਹੈਗਾ, ਨਹੀਂ ਹੋਇਆ। ਤੁਸੀਂ ਇਸ ਬਾਰੇ ਕਿਸੇ ਆਪਣੇ ਭਾਜਪਾ ਆਗੂ ਨਾਲ ਜਾਂ ਇੱਥੇ ਦੇ ਜਿਹੜੇ ਸਾਬਕਾ ਮੇਅਰ ਸੀਗੇ, ਮੇਅਰ ਅਰੁਣ ਖੋਸਲਾ ਜੀ, ਉਹਨਾਂ ਨਾਲ ਗੱਲ ਕੀਤੀ ਸੀ? ਹਾਂਜੀ, ਮੈਂ ਕਾफ़ੀ ਵਾਰੀ ਗੱਲ ਕੀਤੀ ਆ, ਪਰ ਉਹਨਾਂ ਨੇ ਕੋਈ ਗੱਲ ਹੀ ਨਹੀਂ ਸੁਣੀ ਮੇਰੀ। ਕਹਿ ਦਿੰਦੇ ਸੀ ਹੋ ਜਾਏਗਾ, ਇੱਦਾਂ ਹੋ ਜਾਏਗਾ, ਕਰਾ ਦਿੰਦੇ ਆ, ਤੁਹਾਡਾ ਟੈਂਡਰ ਲਵਾ ਦਿੰਦੇ ਆ, ਪਰ ਨਹੀਂ, ਉਸ ਤੋਂ ਬਾਅਦ ਕੁਛ ਨਹੀਂ ਕਰਵਾਇਆ ਉਹਨਾਂ ਨੇ। ਜਿਹੜੀਆਂ ਜਿਮਨੀ ਚੋਣਾਂ ਹੋਈਆਂ ਸੀਗੀਆਂ ਪਿਛਲੇ ਸਾਲ ਫਗਵਾੜਾ ਦੇ ਵਿੱਚ, ਉਸ ਦੇ ਵਿੱਚ ਤੁਸੀਂ ਪਹਿਲਾਂ ਕਾਂਗਰਸ ਦੇ ਵਿੱਚ ਵੀ ਜਾ ਚੁੱਕੇ ਸੀਗੇ ਅਤੇ ਵਿੱਚ ਫਿਰ ਮੁੜ ਕੇ ਤੁਸੀਂ ਵਾਪਸ ਆਪਣੀ ਭਾਜਪਾ ਪਾਰਟੀ ਵਿੱਚ ਆਏ ਸੀਗੇ। ਉਹ ਇੱਕਦਮ 1 ਘੰਟੇ ਵਿੱਚ ਹੀ ਤੁਸੀਂ ਤਬਦੀਲੀ ਕੀਤੀ। ਉਸ ਵਿੱਚ ਕੀ ਕਾਰਨ ਹੋ ਗਿਆ ਸੀਗਾ ਜਿਹੜਾ ਇੱਕਦਮ ਹੀ ਤੁਸੀਂ ਕਾਂਗਰਸ ਛੱਡ ਕੇ ਭਾਜਪਾ 'ਚ ਆ ਗਏ ਸੀ ਵਾਪਸ? ਫਿਰ ਉਸ ਟਾਈਮ ਸਡਨਲੀ ਇਹ ਹੋਇਆ ਕਿ ਇਹਨਾਂ ਨੇ ਫਿਰ ਮੁੜ ਕੇ ਮੈਨੂੰ ਇਮੋਸ਼ਨਲ ਕਹਿ ਲਓ, ਇਮੋਸ਼ਨਲੀ ਕਿਹਾ ਵੀ ਨਹੀਂ ਜੀ, ਵੀ ਜਿਹੜੇ ਤਾਂ ਜਿੱਦਾਂ ਵੀ ਤੁਹਾਡੇ ਹਸਬੈਂਡ ਸੀਗੇ ਅਸੀਂ ਉੱਦਾਂ ਹੀ ਕਰਾਂਗੇ। ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਅਸੀਂ ਸੋਲਵ ਕਰਾਂਗੇ, ਕੁਛ ਵੀ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਨਾਲ ਖੜ੍ਹਦੇ ਹਾਂ। ਇਹਨਾਂ ਨੇ ਕੀ ਸੀ ਇਹ ਜੀ ਮੈਡਮ ਅਨੀਤਾ ਸੋਮ ਪ੍ਰਕਾਸ਼ ਵੱਲੋਂ ਕਹੇ ਗਏ ਸੀਗੇ, ਸੋਮ ਪ੍ਰਕਾਸ਼ ਜੀ ਵੱਲੋਂ ਕਹੇ, ਪੂਰੀ ਪਾਰਟੀ ਵੱਲੋਂ ਜਿੰਨੇ ਵੀ ਮੇਰੇ ਨਾਲ ਮੈਂਬਰ ਆ, ਕੁਛ ਵੀ ਆ, ਸਾਰਿਆਂ ਨੇ ਕਿਹਾ ਸੀਗਾ ਵੀ ਅਸੀਂ ਤੇਰੇ ਨਾਲ ਖੜ੍ਹੇ ਹਾਂ, ਅਗਰ ਤੈਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ। ਉਸ ਟਾਈਮ ਮੈਨੂੰ ਪ੍ਰੋਬਲਮ ਬਹੁਤ ਸੀਗੀ। ਉਸ ਤੋਂ ਬਾਅਦ 'ਚ ਉਹਨਾਂ ਨੇ ਸਾਰ ਲਈ ਨਹੀਂ ਤੁਹਾਡੀ? ਨਹੀਂ, ਬਿਲਕੁਲ ਨਹੀਂ। ਜਿਹੜਾ ਉਸ ਦਿਨ ਹੋ ਗਿਆ, 1 ਘੰਟੇ 'ਚ ਜੋ ਕੁਛ ਹੋ ਗਿਆ, ਉਸ ਤੋਂ ਬਾਅਦ ਕਿਸੇ ਦਾ ਕੋਈ ਫੋਨ ਨਹੀਂ, ਨਾ ਕੋਈ ਆਇਆ ਨਾ ਕੋਈ ਗਿਆ। ਮੈਡਮ ਨੇ ਕਿਹਾ ਸੀਗਾ ਵੀ ਮੈਂ ਹਾਂ ਤੇਰੇ ਨਾਲ ਖੜੀ ਹਾਂ ਜਾਂ ਕੁਛ ਵੀ ਆ, ਕਦੀ ਵੀ ਨਹੀਂ, ਨਾ ਮੈਡਮ ਕਦੀ ਆਏ ਆ। ਮੇਰੇ ਹਸਬੈਂਡ ਦੀ ਡੈਥ ਤੋਂ ਬਾਅਦ ਉਹ ਸਿਰਫ 1 ਵਾਰੀ ਆਏ ਆ,
ਜਾਂ ਫਿਰ ਜ਼ਿਆਦਾਤਰ ਉਹ ਜਦੋਂ ਹੁਣ ਵੋਟਾਂ ਹੋਈਆਂ ਐਮਐਲਏ ਦੀਆਂ ਵੋਟਾਂ ਹੋਈਆਂ ਆ ਉਦੋਂ ਆਏ ਆ, ਮੇਰੇ ਘਰ ਨਹੀਂ ਆਏ। ਫਿਰ ਵੀ ਰਾਊਂਡ ਲਗਾਇਆ ਆ, ਓਕੇ ਬਸ। ਕਿੱਥੇ ਗਏ ਆ? ਤੇ ਤੁਸੀਂ ਮਹੱਲੇ ਦੇ ਇੱਥੇ ਕਾਉਂਸਲਰ ਸੀਗੇ ਉਸ ਟਾਈਮ ਤੇ, ਜੇ ਤੁਹਾਨੂੰ ਛੱਡ ਕੇ ਕਿਸੇ ਹੋਰ ਪਾਸੇ ਗਏ ਆ ਜੀ? ਹਾਂਜੀ, ਇਹਨਾਂ ਨੇ ਪਹਿਲੀ ਗੱਲ ਤਾਂ ਇਹ ਆ ਵੀ ਇਹ ਇੱਕ ਬੰਦੇ ਤੇ ਨਹੀਂ ਠਹਿਰਦੇ। ਕਾਉਂਸਲਰ ਆ ਨਾ ਵਾਰਡ ਦਾ, ਉਹ ਕਾਉਂਸਲਰ ਤੇ ਨਹੀਂ ਠਹਿਰਦੇ। ਜਗ੍ਹਾ ਜਗ੍ਹਾ ਤੇ ਮਤਲਬ ਜਿਹੜੇ ਹੋਰ ਆ, ਕਈ ਆ, ਕੁਛ ਵੀ ਆ, ਉਹਨਾਂ ਨੂੰ ਮੋਹਰੇ ਰੱਖ ਦਿੰਦੇ ਆ, ਕਾਉਂਸਲਰ ਪਿੱਛੇ ਹੋ ਜਾਂਦਾ, ਉਹਨੂੰ ਪਿੱਛੇ ਕਰ ਦਿੰਦੇ। ਕਾਉਂਸਲਰ ਦੀ ਕੋਈ ਵੈਲਿਊ ਹੀ ਨਹੀਂ ਰਹਿੰਦੀ। ਹੁਣ ਜਿੱਦਾਂ ਨਗਰ ਨਿਗਮ ਚੋਣਾਂ ਫਗਵਾੜਾ ਵਿੱਚ ਵੀ ਕਿਸੇ ਵੀ ਟਾਈਮ ਹੋ ਸਕਦੀਆਂ ਆ, ਤੇ ਉਸ ਟਾਈਮ ਵੀ ਤੁਹਾਨੂੰ ਕੋਈ ਲੱਗ ਰਿਹਾ ਕਿ ਇਦਾਂ ਕੁਝ ਤੁਹਾਡੇ ਨਾਲ ਹੋ ਰਿਹਾ, ਕਿ ਤੁਹਾਨੂੰ ਇਗਨੋਰ ਕੀਤਾ ਜਾ ਰਿਹਾ ਜਾਂ ਕੁਝ ਵੀ ਹੈ? ਇਸ ਟਾਈਮ ਬੀਜੇਪੀ, ਹਾਂਜੀ ਇੱਦਾਂ ਵੀ ਹੋਈ ਆ। ਇਸ ਮੇਨ ਕਾਰਨ ਵੀ ਇਹੀ ਆ, ਪਿਛਲੇ 3 ਸਾਲਾਂ ਤੋਂ ਮੈਂ ਦੇਖਦੀ ਆ ਰਹੀ ਹਾਂ ਵੀ ਚਲੋ ਕੋਈ ਗੱਲ ਨਹੀਂ, ਆਪਾਂ ਤੁਹਾਨੂੰ ਵੀ ਜਿੱਦਾਂ ਹੁਣ ਤੁਸੀਂ ਹੁਣੇ ਕਿਹਾ ਵੀ ਕਾਂਗਰਸ ਜੁਆਇਨ ਕਰਕੇ ਮੁੜ ਕੇ ਫਿਰ ਤੁਸੀਂ ਬੀਜੇਪੀ 'ਚ ਆਏ, ਉਦੋਂ ਵੀ ਇਮੋਸ਼ਨਲੀ ਗੱਲਾਂ ਹੋਈਆਂ, ਕਾਫੀ ਕੁਛ ਹੋਇਆ। ਹੁਣ ਵੀ ਮੈਨੂੰ ਇਹੀ ਸੀਗਾ ਵੀ ਮੈਂ ਇਲੈਕਸ਼ਨ ਲੜਨੀ ਆ। ਕਿਸੇ ਵੀ ਇੱਕ ਵੀ ਪਰਸਨ ਨੇ ਮੈਨੂੰ ਕਿਹਾ ਨਹੀਂ ਵੀ ਤੁਸੀਂ ਇਲੈਕਸ਼ਨ ਲੜਨੀ ਆ, ਤੁਹਾਨੂੰ ਲੋੜ ਆ, ਕਿਉਂਕਿ ਹਰੇਕ ਨੂੰ ਪਤਾ ਹਸਬੈਂਡ ਦੀ ਡੈਥ ਹੋ ਗਈ ਆ, ਬੱਚੇ ਆ, ਓਕੇ। ਮੈਂ ਇਹ ਆਪਣਾ ਕੰਮ ਸ਼ੁਰੂ ਕੀਤਾ, ਪਰ ਫਿਰ ਵੀ ਇਹਨਾਂ ਨੂੰ ਚਾਹੀਦਾ ਸੀਗਾ ਵੀ ਮੈਨੂੰ ਇੱਕ ਵਾਰੀ ਪੁੱਛਦੇ ਵੀ ਤੁਸੀਂ ਇਲੈਕਸ਼ਨ ਲੜਨੀ ਆ। ਅਗਰ ਮੈਂ ਮਨਾ ਕਰਦੀ ਫਿਰ ਇਹ ਜਿਹਨੂੰ ਮਰਜ਼ੀ ਦਿੰਦੇ ਸੀਟ, ਮੈਨੂੰ ਕੋਈ ਪ੍ਰੋਬਲਮ ਨਹੀਂ ਸੀ। ਉਹਨਾਂ ਨੇ ਨਹੀਂ ਪੁੱਛਿਆ ਨਾ? ਤੁਸੀਂ ਇੱਕ ਵਾਰੀ ਵੀ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ? ਜੀ ਮੇਰੇ ਸਾਹਮਣੇ ਮੇਰੀ ਗੱਲ ਹੋਈ ਸੀਗੀ, ਤੇ ਉਹਨਾਂ ਨੇ ਕਿਹਾ ਸੀਗਾ ਵੀ ਦੇਖ ਲਓ ਕਿੱਦਾਂ ਕਰਨੀ ਇਲੈਕਸ਼ਨ ਲੜਨੀ। ਮੈਂ ਕਿਹਾ ਹਾਂਜੀ ਲੜਨੀ। ਉਹਨਾਂ ਨੇ ਨਹੀਂ ਇੱਕ ਵਾਰੀ ਕਿਹਾ, ਉਹਨਾਂ ਨੇ ਮੈਨੂੰ ਇੰਨਾ ਕਿਹਾ ਵੀ ਮੈਡਮ ਨਾਲ ਜਾ ਕੇ ਇੱਕ ਵਾਰੀ ਮਿਲ ਲਓ, ਵੀ ਮੈਂ ਮਿਲਣਾ, ਮੈਂ ਮਿਲਾਂ ਜਾ ਕੇ। ਫਿਰ ਉਹਨਾਂ ਨੇ ਇਹੀ ਕਿਹਾ ਵੀ ਤੁਸੀਂ ਜਾ ਕੇ ਮਿਲੋ ਤੇ ਉਹ ਕਰੂਗੇ। ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਇਹ ਸਾਡੀ ਕੁੜੀ ਆ, ਅਗਰ ਤੁਸੀਂ ਕੁੜੀ ਮੰਨਦੇ ਆ, ਤੁਸੀਂ ਇੰਨੀ ਜਨਤਾ ਦੇ ਵਿੱਚ ਸਿਰ ਤੇ ਹੱਥ ਰੱਖ ਕੇ ਕਹਿੰਦੇ ਆ ਵੀ ਹਾਂ ਵੀ ਜਿੱਥੇ ਤੈਨੂੰ ਪ੍ਰੋਬਲਮ ਆ ਅਸੀਂ 1 ਮਿੰਟ ਤੋਂ ਪਹਿਲਾਂ ਪਹੁੰਚਾਂਗੇ। ਹੁਣ ਫਿਰ ਤੁਹਾਡਾ 1 ਮਿੰਟ ਕਿੱਥੇ ਗਿਆ? ਹੁਣ ਤੁਸੀਂ ਕਾਹਦੇ ਨਹੀਂ ਪਹੁੰਚਦੇ? ਹੁਣ ਕਿਉਂ ਨਹੀਂ 3 ਸਾਲਾਂ ਤੋਂ ਕੁੜੀ ਦੀ ਸਾਰ ਲਈ? ਨਹੀਂ, ਜਿਹੜਾ ਤੁਸੀਂ ਹੁਣ ਇੱਕ ਭਾਜਪਾ ਛੱਡ ਕੇ ਤੁਸੀਂ ਹੁਣ ਕਹਿ ਰਹੇ ਆ ਕਿ ਅਸੀਂ ਆਪਣੇ ਘਰ ਵਾਪਸੀ ਕੀਤੀ ਹੈ, ਇਹ ਤੁਸੀਂ ਬੀਐਸਪੀ ਹੀ ਕਿਉਂ ਚੁਣੀ? ਕਿਉਂਕਿ ਪਹਿਲਾਂ ਤੋਂ ਹੀ ਤਕਰੀਬਨ 5 ਸਾਲ ਐਮਸੀ ਦੀ ਬੀਜੇਪੀ ਤੇ ਇਲੈਕਸ਼ਨ ਲੜਨ ਤੋਂ ਪਹਿਲਾਂ ਮੇਰਾ ਜਿਹੜਾ ਸਹੁਰਾ ਪਰਿਵਾਰ ਆ ਸ਼ੁਰੂ ਤੋਂ ਹੀ ਬੀਐਸਪੀ ਪਾਰਟੀ ਨਾਲ ਬਿਲੋਂਗ ਕਰਦਾ। ਇਸੇ ਲਈ ਮੈਂ ਕਿਹਾ ਸੀਗਾ ਵੀ ਮੈਂ ਆਪਣੇ ਘਰ ਵਾਪਸ ਜਾ ਰਹੀ ਹਾਂ। ਕੋਈ ਹੋਰ ਕਾਰਨ ਹੋਵੇ? ਨਹੀਂ, ਹੋਰ ਕੋਈ ਕਾਰਨ ਨਹੀਂ। ਕਾਰਨ ਇਹੀ ਸੀਗਾ, ਬਾਕੀ ਜਿਹੜਾ ਇਹਨਾਂ ਨੇ ਇੱਦਾਂ ਕੀਤੀ ਵੀ ਮੈਂ ਛੱਡ ਕੇ, ਆਪਣਾ ਘਰ ਛੱਡ ਕੇ ਇਹਨਾਂ 'ਚ ਗਏ ਸੀ ਮੇਰੇ ਹਸਬੈਂਡ, ਹੈ ਨਾ। ਅਤੇ ਇਹ ਸੀਗਾ ਵੀ ਕਦਰ ਹੋਊਗੀ, ਕਦਰ ਓਕੇ ਕੀਤੀ, ਟਿਕਟ ਦਿੱਤੀ ਸਾਨੂੰ, ਅਸੀਂ ਇਲੈਕਸ਼ਨ ਜਿੱਤੇ ਆਪਣੇ ਬਲਬੂਤੇ 'ਤੇ ਜਿੱਤੇ ਵੀ, ਸਾਰਾ ਕੁਛ ਹੋਇਆ, ਸਭ ਕੁਛ ਠੀਕ ਸੀਗਾ। ਬਟ ਇਹ ਆ ਸਡਨਲੀ ਜਦੋਂ ਮੇਰੇ ਹਸਬੈਂਡ ਦੀ ਡੈਥ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਇਹ ਤਕਰੀਬਨ ਸਾਰਾ ਕੁਛ ਬਦਲ ਗਿਆ। ਜਿਹੜੇ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਆ, ਉਹਨਾਂ ਨੇ ਬਾਰ-ਬਾਰ ਉਹ ਕਹਿ ਰਹੇ ਆ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਜਾਂ ਹੋਰ ਪਾਰਟੀਆਂ ਦੇ ਕਾਫੀ ਬੰਦੇ ਆ ਸਾਡੇ ਟੱਚ ਵਿੱਚ ਆ, ਉਹ ਆਪਣੀ ਪਾਰਟੀ ਨੂੰ ਛੱਡ ਕੇ ਸਾਡੀ ਪਾਰਟੀ ਵਿੱਚ ਜੁਆਇਨ ਹੋ ਰਹੇ ਆ। ਅਤੇ ਪਰ ਦੂਜੇ ਪਾਸੇ ਤੁਸੀਂ ਇੱਕ ਝਟਕਾ ਭਾਜਪਾ ਪਾਰਟੀ ਨੂੰ ਹੀ ਦੇ ਦਿੱਤਾ ਆ ਕਿ ਤੁਸੀਂ ਆਪਣੀ ਭਾਜਪਾ ਪਾਰਟੀ ਛੱਡ ਕੇ ਬਸਪਾ ਵਿੱਚ ਹੋਏ ਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵੀ ਮੈਂ ਤਾਂ ਇਹੀ ਕਹੂੰਗੀ, ਅਗਰ ਜੇ ਕੋਈ ਹੁਣ ਬੀਜੇਪੀ 'ਚ ਜਾਂਦਾ ਪਿਆ ਨਾ, ਸਭ ਤੋਂ ਵੱਡੀ ਗਲਤੀ ਆ ਉਹਦੀ। ਮੈਂ ਤਾਂ ਇਹੀ ਕਹੂੰਗੀ। ਅਤੇ ਹੁਣ ਜਿਹੜੀਆਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਤੁਸੀਂ ਬਸਪਾ ਦੇ ਚਿੰਨ੍ਹ ਤੋਂ ਲੜੋਗੇ? ਹਾਂਜੀ, ਇਸ ਵਾਰੀ ਹੁਣ ਮੈਂ ਬੀਐਸਪੀ ਦੇ ਚੁਣਾਵ ਲੜ ਰਹੀ ਹਾਂ। ਅਤੇ ਤੁਸੀਂ ਆਉਣ ਵਾਲੇ ਆਪਣੇ ਵੋਟਰਾਂ ਅਤੇ ਸਪੋਰਟਰਾਂ ਨੂੰ ਇਹ ਕੀ ਅਪੀਲ ਕਰਨਾ ਚਾਹੋਗੇ? ਮੈਂ ਇਹੀ ਅਪੀਲ ਕਰਨਾ ਚਾਹੂੰਗੀ ਵੀ ਪਹਿਲਾਂ ਜਦੋਂ ਮੈਂ 5 ਸਾਲ ਪਹਿਲਾਂ ਜਦੋਂ ਮੈਂ ਇਲੈਕਸ਼ਨ ਲੜੀ ਆ, ਅਤੇ ਉਦੋਂ ਵੀ ਇਹਨਾਂ ਨੇ ਮੇਰਾ ਇੱਦਾਂ ਹੀ ਸਾਥ ਦਿੱਤਾ ਸੀਗਾ। ਅਤੇ ਹੁਣ ਵੀ ਮੈਂ ਇਹੀ ਕਹੂੰਗੀ ਵੀ ਜਿੰਨੇ ਵੀ ਮੇਰੇ ਵੋਟਰ ਆ, ਸਪੋਰਟਰ ਆ, ਇਹ ਮੈਨੂੰ ਵੱਧ ਚੜ੍ਹ ਕੇ ਮਤਲਬ ਕਿ ਸਪੋਰਟ ਕਰਨਗੇ ਔਰ ਵੋਟ ਵੀ ਦੇਣਗੇ। ਇਹ ਮੈਨੂੰ ਪੂਰਾ ਭਰੋਸਾ ਹੈ ਆਪਣੇ ਵਾਰਡ 'ਤੇ। ਸੋ ਇਹ ਸੀ ਸਾਡੇ ਨਾਲ ਵਾਰਡ ਨੰਬਰ 25 ਤੋਂ ਸਾਬਕਾ ਕੌਂਸਲਰ ਰੀਟਾ ਜੀ, ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਭਾਜਪਾ ਵਾਲਿਆਂ ਨੇ ਉਹਨਾਂ 'ਤੇ ਬਿਲਕੁਲ ਵੀ ਭਰੋਸਾ ਨਹੀਂ ਕੀਤਾ, ਉਹਨਾਂ ਨੂੰ ਅਣਦੇਖਿਆ ਕੀਤਾ ਗਿਆ, ਉਹਨਾਂ ਦੀ ਗੱਲਾਂ ਨੂੰ ਉਹਨਾਂ ਨੇ ਕੰਮ ਕਰਾਏ। ਉਹਨਾਂ ਦੇ ਹਸਬੈਂਡ ਤੱਕ ਜਦੋਂ ਸੀਗੇ ਉਦੋਂ ਤਾਂ ਉਹ ਭਾਜਪਾ ਵਾਲਿਆਂ ਦੇ ਨਾਲ ਸੀ, ਹਸਬੈਂਡ ਦੀ ਡੈਥ ਹੋਣ ਤੋਂ ਬਾਅਦ ਉਹਨਾਂ ਨੇ ਬਿਲਕੁਲ ਉਹਨਾਂ ਨੂੰ ਅਣਦੇਖਿਆ ਕਰ ਦਿੱਤਾ, ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ। ਅਤੇ ਹੋਰ ਕੈਂਡੀਡੇਟਾਂ ਨੂੰ ਜਾਂ ਹੋਰ ਕੋਈ ਚਿਹਰਿਆਂ ਨੂੰ ਅੱਗੇ ਕਰ ਰਹੇ ਆ, ਉਹਨਾਂ ਨੂੰ ਬਿਨਾਂ ਪੁੱਛੇ ਜਾਂ ਉਹਨਾਂ ਦੀ ਰਾਏ ਲਏ ਬਿਨਾਂ। ਤੋਂ ਆਉਣ ਵਾਲੇ ਸਮੇਂ 'ਚ ਇਹ ਦੇਖਾਂਗੇ ਕਿ ਇੱਥੇ ਦੇ ਜਿਹੜੇ ਰੀਟਾ ਕੌਂਸਲਰ ਆ ਉਹ ਬਸਪਾ ਦੀ ਚੋਣਾਂ ਲੜਦੇ ਆ ਅਤੇ ਕਿੰਨੀਆਂ ਵੋਟਾਂ ਤੋਂ ਜਿੱਤਦੇ ਆ, ਜਾਂ ਹੋਰ ਕਿੰਨੇ ਬੀਜੇਪੀ ਦੇ ਕੈਂਡੀਡੇਟ ਜਾਂ ਹੋਰ ਕਈ ਪਾਰਟੀਆਂ ਦੇ ਕੈਂਡੀਡੇਟ ਇੱਧਰ ਉੱਧਰ ਦੂਜੀਆਂ ਪਾਰਟੀਆਂ ਵਿੱਚ ਜਾਂਦੇ ਆ। ਤੋਂ ਮੈਨੂੰ ਦਿਓ ਇਜਾਜ਼ਤ, ਧੰਨਵਾਦ।